न चाओ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਂਦੇ ਹੋਏ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਭਰ ਰਹੇ ਹੋ। ਆਪ ਜੀ ਨੇ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਜੀ। ਆਓ ਲੜੀਵਾਰ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਪਹਿਲਾ। ਨਦੀਆਂ ਹੋਵੈ ਧੇਨਵਾ, ਸੁਮ ਹੋਵੈ ਦੁੱਧ ਘੀਓ। ਸਗਲੀ ਧਰਤੀ ਸ਼ੱਕਰ ਹੋਵੈ, ਖੁਸ਼ੀ ਕਰੈ ਨਿਤ ਜੀਓ। ਨਦੀਆਂ ਹੋਵੈ ਧੇਨਵਾ, ਸੁਮ ਹੋਵੈ ਦੁੱਧ ਘੀਓ। ਸਗਲੀ ਧਰਤੀ ਸ਼ੱਕਰ ਹੋਵੈ, ਖੁਸ਼ੀ ਕਰੈ ਨਿਤ ਜੀਓ। ਪਰਬਤ ਸੋਇ ਨਾ ਰੂਪਾ ਹੋਵੈ, ਹੀਰੇ ਲਾਲ ਜੜਾਓ। ਪੀ ਤੂੰ ਹੈ ਸਾਲਾਹਣ, ਆਖਣ ਲਹੈ ਨ ਚਾਓ। ਪੀ ਤੂੰ ਹੈ ਸਾਲਾਹਣ, ਆਖਣ ਲਹੈ ਨ ਚਾਓ। ਵਾਹਿਗੁਰੂ। ਇਹ ਪਵਿੱਤਰ ਬਚਨ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ, ਜੋ ਆਪ ਜੀ ਨੇ ਸਰਵਣ ਕੀਤੇ। ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਪਵਿੱਤਰ ਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ। ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹਲਾ ਪਹਿਲਾ। ਨਦੀਆਂ ਹੋਵੈ ਧੇਨਵਾ, ਸੁਮ ਹੋਵੈ ਦੁੱਧ ਘੀਓ। ਸਗਲੀ ਧਰਤੀ ਸ਼ੱਕਰ ਹੋਵੈ, ਖੁਸ਼ੀ ਕਰੈ ਨਿਤ ਜੀਓ। ਪਰਬਤ ਸੋਇ ਨਾ ਰੂਪਾ ਹੋਵੈ, ਹੀਰੇ ਲਾਲ ਜੜਾਓ। ਪੀ ਤੂੰ ਹੈ ਸਾਲਾਹਣ, ਆਖਣ ਲਹੈ ਨ ਚਾਓ। ਪੀ ਤੂੰ ਹੈ ਸਾਲਾਹਣ, ਆਖਣ ਲਹੈ ਨ ਚਾਓ। ਵਾਹਿਗੁਰੂ। ਇਹ ਪਵਿੱਤਰ ਸ਼ਬਦ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਰਾਗ ਮਾਝ ਕੀ ਵਾਰ ਵਿਖੇ ਉਚਾਰਨ ਕੀਤੇ। ਇਸ ਸ਼ਬਦ ਦੀ ਉਥਾਨਕਾ ਦੇ ਮੁਤਾਬਕ ਦੱਸਦੇ ਹੈ ਕਿ ਇੱਕ ਵਾਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਿੱਧਾ ਨੇ ਪੁੱਛਿਆ, ਜੇ ਸਾਰੇ ਭਗਤੀ ਕਰਨ ਲੱਗ ਜਾਣ ਤਾਂ ਰੋਜੀ ਰੋਟੀ ਲਈ ਕੰਮ ਕੌਣ ਕਰੇਗਾ? ਧੰਨ ਗੁਰੂ ਨਾਨਕ ਦੇਵ ਜੀ ਭਗਤੀ ਦਾ ਉਪਦੇਸ਼ ਬਖਸ਼ਦੇ ਸਨ।
ਸਿੱਧਾਂ ਨੂੰ ਸਤਿਗੁਰਾਂ ਨਾਲ ਈਰਖਾ ਹੋਈ ਵੀ ਇਹ ਗ੍ਰਸਤੀ ਹੁੰਦਿਆਂ ਹੋਇਆਂ ਸਾਡੇ ਵਾਲੇ ਕੰਮ ਕਿਉਂ ਕਰਨ ਲੱਗ ਪਿਆ, ਅਤੇ ਸਾਰਿਆਂ ਨੂੰ ਭਗਤੀ ਕਰਨ ਦਾ ਉਪਦੇਸ਼ ਦਿੰਦੇ ਹਨ। ਤਾਂ ਫਿਰ ਕੀ ਹੋ ਸਕਦਾ ਹੈ। ਅਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਸਿੱਧੋ ਰੋਜੀ ਰੋਟੀ ਦੀ ਲੋੜ ਹੀ ਨਹੀਂ ਪੈਣੀ। ਫਿਰ ਜੇ ਸਾਰੀ ਦੁਨੀਆ ਕਿਤੇ ਭਗਤੀ ਕਰਨ ਲੱਗ ਜਾਵੇ ਨਾ, ਨਦੀਆਂ ਹੋਵੇ ਧੇਣਵਾ, ਜਿਹੜੀਆਂ ਨਦੀਆਂ ਵਿੱਚ ਪਾਣੀ ਵਗਦਾ ਨਾ, ਇਹ ਦੁੱਧ ਬਣ ਜਾਵੇਗਾ ਭਗਤੀ ਦੇ ਪ੍ਰਤਾਪ ਨਾਲ। ਜਿਵੇਂ ਗਊਆਂ, ਧੇਨ ਗਊ ਨੂੰ ਕਹਿੰਦੇ ਆ, ਜਿਵੇਂ ਗਊਆਂ ਦੁੱਧ ਦਿੰਦੀਆਂ ਨਾ, ਇਹ ਸਾਰੀਆਂ ਨਦੀਆਂ ਦਾ ਪਾਣੀ ਦੁੱਧ ਬਣ ਸਕਦਾ ਹੈ। ਇਸੇ ਤਰ੍ਹਾਂ ਹੀ ਸੁੰਮ ਹੋਵੇ ਦੁੱਧ ਘੀਓ, ਸੁੰਮ ਸੋਮੇ, ਜਿਵੇਂ ਪਹਾੜਾਂ ਦੇ ਵਿੱਚੋਂ ਝਰਨੇ ਵਗਦੇ ਹਨ ਪਾਣੀ ਦੇ। ਜੇ ਕਿਤੇ ਸਾਰੀ ਦੁਨੀਆ ਭਗਤੀ ਕਰਨ ਲੱਗ ਜਾਵੇ ਅਤੇ ਉਹਨਾਂ ਪਹਾੜਾਂ ਵਿੱਚੋਂ ਪਾਣੀ ਦੀ ਬਜਾਏ ਦੁੱਧ ਘਿਓ ਵਗਣਾ ਸ਼ੁਰੂ ਹੋ ਜਾਵੇਗਾ। ਸੁੰਮ ਹੋਵੇ ਦੁੱਧ ਘੀਓ, ਸਗਲੀ ਧਰਤੀ ਸ਼ੱਕਰ ਹੋਵੇ। ਅਤੇ ਆਹ ਧਰਤੀ ਜਿਸ ਦੇ ਉੱਤੇ ਮਿੱਟੀ ਫੈਲੀ ਹੋਈ ਹੈ, ਇਹ ਸਾਰੀ ਮਿੱਠੀ ਹੋ ਸਕਦੀ ਹੈ, ਮਠਿਆਈ ਬਣ ਸਕਦੀ ਹੈ, ਇਸ 'ਤੇ ਗੁੜ ਸ਼ੱਕਰ ਬਣ ਸਕਦਾ। ਭਗਤੀ 'ਚ ਇੰਨਾ ਪ੍ਰਤਾਪ ਹੈ। ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ। ਅਤੇ ਇਹ ਜੀਵਨ ਜਿਹੜਾ ਹੈ, ਜੀਵ ਹਮੇਸ਼ਾ ਖੁਸ਼ ਰਹੇਗਾ। ਇਹ ਸਾਰੀਆਂ ਦਾਤਾਂ ਪਰਮੇਸ਼ਰ ਆਪੇ ਹੀ ਦੇਵੇਗਾ। ਸੁੰਮ ਹੋਵੇ ਦੁੱਧ ਘੀਓ, ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ। ਪਰਬਤ ਸੋਇਨਾ ਰੂਪਾ ਹੋਵੇ, ਜਿਹੜੇ ਪਹਾੜ ਪੱਥਰਾਂ ਦੇ ਹਨ, ਇਹ ਸੋਨੇ ਚਾਂਦੀ ਦੇ ਬਣ ਸਕਦੇ ਆ। ਹੀਰੇ ਲਾਲ ਜੜਾਓ, ਇਹਨਾਂ ਦੇ ਵਿੱਚ ਹੀਰੇ ਅਤੇ ਲਾਲ ਜੜੇ ਜਾ ਸਕਦੇ ਆ। ਭੀ ਤੂੰ ਹੈ ਸਲਾਹਣਾ, ਆਖਣ ਲਹੈ ਨ ਚਾਓ। ਅਤੇ ਫਿਰ ਵੀ ਸਾਨੂੰ ਉਸ ਪਰਮੇਸ਼ਰ ਦੀ ਸਿਫਤ ਕਰਨੀ ਚਾਹੀਦੀ ਆ। ਇਹਦੇ ਵਿੱਚੋਂ ਇੱਕ ਇਹ ਵੀ ਅਰਥ ਨਿਕਲਦਾ ਕਿ ਜਦੋਂ ਬੰਦਾ ਗਰੀਬੀ 'ਚ ਹੁੰਦਾ, ਉਹ ਤਾਂ ਰੱਬ ਨੂੰ ਯਾਦ ਕਰਦਾ। ਜਦੋਂ ਬੰਦੇ ਕੋਲ ਮਾਇਆ ਆ ਜਾਂਦੀ ਹੈ, ਬਹੁਤ ਸਾਰੀ ਸਹੂਲਤਾਂ ਆ ਜਾਂਦੀਆਂ, ਉਦੋਂ ਰੱਬ ਨੂੰ ਭੁੱਲ ਜਾਂਦਾ। ਸਤਿਗੁਰੂ ਪਾਤਸ਼ਾਹ ਕਹਿੰਦੇ, ਕਿਸੇ ਬੰਦੇ ਕੋਲ ਇੰਨੀਆਂ ਬਰਕਤਾਂ ਆ ਜਾਣ ਗੁਰੂ ਕਿਰਪਾ ਸਦਕਾ, ਫਿਰ ਵੀ ਜਿਹੜਾ ਭਗਤੀ ਦਾ ਚਾਅ ਘਟਣਾ ਨਹੀਂ ਚਾਹੀਦਾ। ਪਰਮੇਸ਼ਰ ਦੀ ਭਗਤੀ ਫਿਰ ਵੀ ਉਸੇ ਲੈ ਵਿੱਚ ਕਰਨੀ ਚਾਹੀਦੀ ਹੈ, ਸਾਰੀਆਂ ਸ਼ਕਤੀਆਂ ਲੈ ਕੇ। ਅਮੀਰੀ ਵੀ ਜਾ ਕੇ ਬੰਦਾ ਰੱਬ ਨੂੰ ਭੁੱਲ ਜਾਂਦਾ, ਤਪੋ ਰਾਜ ਰਾਜੋਂ ਫਿਰ ਭੁੱਲ ਜਾਂਦਾ ਅਤੇ ਨਰਕਾਂ ਨੂੰ ਚਲਿਆ ਜਾਂਦਾ। ਕੋਈ ਸਤਿਨਾਮ ਸ੍ਰੀ। ਆਪਾਂ ਦੇਖਦੇ ਹਾਂ ਬਹੁਤ ਸਾਰੇ ਬੱਚੇ ਭਾਰਤ ਵਿੱਚੋਂ, ਪੰਜਾਬ ਵਿੱਚੋਂ ਬਾਹਰ ਨੂੰ ਜਾਂਦੇ ਆ ਕਮਾਈ ਕਰਨ ਵਾਸਤੇ, ਪਰ ਜਦੋਂ ਉੱਥੇ ਜਾ ਕੇ ਕਮਾਈ ਦੇ ਚੱਕਰ 'ਚ ਪੈ ਜਾਂਦੇ ਆ ਅਤੇ ਉਹਨਾਂ ਕੋਲੋਂ ਰੱਬ ਭੁੱਲ ਜਾਂਦਾ। ਸਿੱਖੀ ਨੂੰ ਵੀ ਛੱਡ ਜਾਂਦੇ ਆ ਬਹੁਤੇ ਤਾਂ ਉੱਧਰ ਜਾ ਕੇ। ਕਹੋ ਸਤਿਨਾਮ। ਜੇ ਕਹੋ ਵੀ ਭਾਈ ਤੁਸੀਂ ਕੀ ਗੱਲ ਸਿੱਖੀ ਵਾਲੇ ਪਾਸੇ ਵੀ ਧਿਆਨ ਦਿਓ, ਕੀ ਕਰੀਏ ਬਾਬਾ ਜੀ, ਟਾਈਮ ਨਹੀਂ ਲੱਗਦਾ ਗਾ, ਕੰਮ ਹੀ ਇੰਨਾ ਹੈ, ਦਿਨ ਰਾਤ ਮਸ਼ੀਨ ਬਣ ਜਾਂਦੇ ਆ। ਪਰ ਆਹ ਜਿਹੜਾ ਰੱਬ ਨੂੰ ਸਿਮਰ ਸਿਮਰ ਕੇ ਬਾਹਰ ਗਏ ਆ, ਉਸ ਰੱਬ ਨੂੰ ਭੁਲਾ ਦਿੱਤਾ। ਬਾਣੀ ਵਿੱਚ ਕੀ ਕਹਿੰਦੇ ਆ, ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ, ਸੋ ਕਿਉਂ ਵਿਸਰੈ ਜੀ ਅਗਨ ਮੈਂ ਰਾਖੈ, ਗੁਰ ਪ੍ਰਸਾਦ ਕੋ ਬਿਰਲਾ ਲੱਖ ਹੈ। ਇਹਦਾ ਇਹ ਵੀ ਮਤਲਬ ਬਣਦਾ, ਭੀ ਤੂੰ ਹੈ ਸਲਾਹਣਾ, ਆਖਣ ਲਹੈ ਨ ਚਾਓ। ਬਾਬਾ ਜੀ ਕਹਿੰਦੇ, ਸਿੱਧੋ ਇੰਨੀਆਂ ਸ਼ਕਤੀਆਂ ਕਿਸੇ ਮਨੁੱਖ ਦੇ ਕੋਲ ਆ ਜਾਣ, ਫਿਰ ਵੀ ਉਸ ਨੂੰ ਸਲਾਹੁਣਾ ਚਾਹੀਦਾ, ਉਹਨੂੰ ਵਿਸਾਰਨਾ ਨਹੀਂ ਚਾਹੀਦਾ। ਤਾਂ ਸਿੱਧਾਂ ਨੇ ਇੱਕ ਹੋਰ ਪ੍ਰਸ਼ਨ ਕੀਤਾ, ਮਹਾਰਾਜ ਕਿਰਪਾ ਕਰਕੇ ਦੱਸੋ ਵੀ ਤੁਹਾਡੇ ਵਿੱਚ ਕਿੰਨੀ ਕੁ ਸ਼ਕਤੀ ਹੈ। ਤਾਂ ਭਾਜੀ ਗੁਰੂ ਨਾਨਕ ਪਾਤਸ਼ਾਹ ਨੂੰ ਸਿੱਧ ਮਿਲੇ, ਕਹਿੰਦੇ ਤੁਹਾਡੇ ਵਿੱਚ ਕਿੰਨੀ ਕੁ ਸ਼ਕਤੀ ਹੈ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇੰਨੀ ਸ਼ਕਤੀ ਪਰਮੇਸ਼ਰ ਨੇ ਬਖਸ਼ਿਸ਼ ਕੀਤੀ ਹੈ ਮੇਰੀ ਭਗਤੀ ਦੇ ਵਿੱਚ ਕਿ ਜੇ ਮੈਂ ਚਾਹਾਂ ਤੇ ਨਦੀਆਂ ਨੂੰ ਦੁੱਧ ਦੀਆਂ ਬਣਾ ਦੇਵਾਂ, ਜੇ ਚਾਹਾਂ ਤੇ ਪਹਾੜਾਂ ਨੂੰ ਸੋਨੇ ਚਾਂਦੀ ਦੇ ਬਣਾ ਦੇਵਾਂ, ਪਹਾੜਾਂ ਵਿੱਚੋਂ ਵਗਦੇ ਪਾਣੀ ਨੂੰ ਮੈਂ ਦੁੱਧ ਘਿਓ ਬਣਾ ਦੇਵਾਂ, ਆ ਧਰਤੀ ਦੀ ਮਿੱਟੀ ਨੂੰ ਸ਼ੱਕਰ ਬਣਾ ਦੇਵਾਂ, ਖਾਣ ਯੋਗ ਕਰ ਦੇਵਾਂ। ਔਰ ਇਹ ਸ਼ਕਤੀਆਂ ਤੇ ਕਿਤੇ ਵਰਤੀਆਂ ਵਿਖਾਈਆਂ ਵੀ ਹੈ ਸਤਿਗੁਰੂ ਨੇ। ਜਿਵੇਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਬੀਬੀ ਬੱਚੀ ਭਾਨੀ ਬਚਪਨ ਦੇ ਵਿੱਚ ਸਹੇਲੀਆਂ ਦੇ ਨਾਲ ਚਰਖਾ ਕੱਤਦੀ ਹੈ, ਕੱਢਣਾ ਕੱਤਣਾ ਸਿਲਾਈ ਕਢਾਈ ਕਰਦੀ ਹੈ। ਸਾਰੀਆਂ ਅਮੀਰ ਘਰਾਂ ਦੀਆਂ ਉਹਨਾਂ ਦੀਆਂ ਸਹੇਲੀਆਂ ਬੀਬੀ ਭਾਨੀ ਦੀਆਂ ਸੋਨੇ ਚਾਂਦੀ ਦੇ ਗਹਿਣੇ ਪਾਏ ਆ, ਬੀਬੀ ਭਾਨੀ ਦੇ ਨਹੀਂ ਪਾਏ। ਤੇ ਇੱਕ ਦਿਨ ਬੀਬੀ ਭਾਨੀ ਕਹਿਣ ਲੱਗੀ, ਬਾਪੂ ਜੀ ਇਹ ਗੱਲ ਕਹਿਣੀ ਸੀ। ਕੀ ਪੁੱਤ? ਆ ਜਿਹੜੀਆਂ ਮੇਰੀਆਂ ਸਹੇਲੀਆਂ ਮੇਰੇ ਨਾਲ ਬਹਿੰਦੀਆਂ ਉੱਠਦੀਆਂ ਇਹਨਾਂ ਸਾਰੀਆਂ ਦੇ ਸੋਨੇ ਚਾਂਦੀ ਦੇ ਗਹਿਣੇ ਪਾਏ ਹੁੰਦੇ ਆ, ਪਰ ਮੇਰੇ ਕੋਲੇ ਕੋਈ ਸੋਨੇ ਚਾਂਦੀ ਦੇ ਗਹਿਣੇ ਹੈ ਨਹੀਂ। ਅੱਛਾ ਪੁੱਤ, ਕਿੰਨਾ ਕੁ ਸੋਨਾ ਚਾਹੀਦਾ? ਇੱਦਾਂ ਗੱਲਾਂ ਕਰਦਿਆਂ ਕਰਦਿਆਂ ਸਾਹਮਣੇ ਇੱਕ ਪੱਥਰ ਪਿਆ, ਡਲਾ ਪਿਆ ਪੱਥਰ ਦਾ, ਤੇ ਉਸ ਪੱਥਰ ਵੱਲ ਦੇਖ ਕੇ ਕਹਿੰਦੇ ਓਨਾ ਕੁ ਸੋਨਾ ਬਹੁਤ ਹੋਊਗਾ। ਬੀਬੀ ਭਾਨੀ ਕਹਿੰਦੀ ਜੀ ਓਨਾ ਤਾਂ ਬਹੁਤ ਹੋਊਗਾ। ਕਹਿੰਦੇ ਚੱਕ ਲਓ, ਸੋਨੇ ਦਾ ਹੀ ਆ। ਕਹੋ ਸਤਿਨਾਮ ਸ੍ਰੀ। ਨਜ਼ਰ ਜਿਨ੍ਹਾਂ ਦੀ ਕੀਮੀਆਂ ਕੌਡੀਆਂ ਕਰਦੇ ਲਾਲ। ਇਹ ਭਗਤੀ ਦੀ ਸ਼ਕਤੀ ਸਾਡੀਆਂ ਅੱਖਾਂ ਦੇ ਵਿੱਚ ਆ ਸਕਦੀ ਹੈ, ਤੇ ਜਿੱਥੇ ਨਜ਼ਰ ਮਾਰਨ ਫਿਰ ਅੱਕਾਂ ਦੀਆਂ ਕੁਕੜੀਆਂ ਨੂੰ ਅੰਬ ਬਣਾ ਦੇਣ। ਕਹੋ ਸਤਿਨਾਮ ਸ੍ਰੀ। ਮਰਦਾਨੇ ਨੂੰ ਖਵਾਈਆਂ ਨਾ, ਮਰਦਾਨਾ ਕਹਿੰਦਾ ਭੁੱਖ ਲੱਗੀ ਆ, ਬਾਬਾ ਜੀ ਕਹਿੰਦੇ ਅੰਬ ਖਾ ਲਾ। ਮਹਾਰਾਜ ਅੰਬ ਕਿੱਥੇ ਆ? ਉਹਦੇ ਕਿੰਨੇ ਲੱਗੇ ਪਏ। ਮਹਾਰਾਜ ਮਾਰਨਾ, ਇੱਕ ਤਾਂ ਭੁੱਖ ਲੱਗੀ ਆ, ਉੱਤੋਂ ਅੱਕ ਖਵਾ ਕੇ ਤੇ ਮਾਰਨਾ ਮੈਨੂੰ। ਉਹ ਨਹੀਂ ਨਹੀਂ ਮਰਦਾਨੇ ਆ, ਅੰਬ ਹੈ। ਤੇ ਪਾਤਸ਼ਾਹ ਨੇ ਇੱਕ ਤੋੜੀ ਕੁਕੜੀ ਫੜਾਤੀ, ਕਹਿੰਦੇ ਖਾ ਕੇ ਦੇਖ। ਦੇਖ ਲਓ ਮਹਾਰਾਜ, ਉਹ ਤੂੰ ਭਰੋਸਾ ਕਰਕੇ ਖਾ ਤਾਂ ਸਹੀ, ਦੰਦੀ ਵੱਡੀ ਅੰਬ ਤੋਂ ਵੀ ਸਵਾਦ ਲੱਗੀ। ਕਹਿੰਦੇ ਤਾਂ ਵਾਕਿਆ ਜੀ ਬਹੁਤ ਸਵਾਦ ਹੈ। ਤੇ ਫਿਰ ਤੈਨੂੰ ਮੈਂ ਝੂਠ ਥੋੜ੍ਹਾ ਬੋਲਦਾ, ਅਸਲ ਵਿੱਚ ਇਹ ਭਗਤੀ ਦੀ ਪਾਵਰ ਹੈ। ਕਹੋ ਸਤਿਨਾਮ ਸ੍ਰੀ। ਮਰਦਾਨੇ ਨੂੰ ਕਹਿੰਦੇ ਖਾ ਲਾ ਹੁਣ ਜਿੰਨੀਆਂ ਮਰਜ਼ੀ, ਪਰ ਗੱਲ ਸੁਣ ਲਾ, ਪੱਲੇ ਨਾ ਬੰਨੀ, ਇੱਥੇ ਬਹਿ ਕੇ ਜਿੰਨੀਆਂ ਮਰਜ਼ੀ ਖਾ ਲਾ। ਤੇ ਮਰਦਾਨੇ ਨੇ ਗੁਰੂ ਪਿਆਰਿਓ ਕੁਕੜੀਆਂ ਖਾਣੀਆਂ ਸ਼ੁਰੂ ਕੀਤੀਆਂ, ਅੱਕਦੀਆਂ, ਬੜੀਆਂ ਸਵਾਦ ਲੱਗੀਆਂ, ਗਲੇ ਤੱਕ ਭਰ ਗਿਆ ਮੂੰਹ, ਪੇਟ ਭਰ ਗਿਆ ਸਾਰਾ, ਰੱਜ ਗਿਆ। ਪਰ ਮਨ 'ਚ ਖਿਆਲ ਆਇਆ ਵੀ ਯਾਰ ਗਾਹਾਂ ਫਿਰ ਤੁਰਨਾ ਹੈ, ਭੁੱਖ ਫਿਰ ਲੱਗੂਗੀ, ਥੋੜ੍ਹੀਆਂ ਜਿਹੀਆਂ ਬੰਨ੍ਹ ਲੈਂਦੇ ਹਾਂ ਪਰਨੇ ਵਿੱਚ, ਬਾਪੂ ਨੂੰ ਕੀ ਹੁੰਦਾ। ਤੇ ਜਿਹੜਾ ਮੋਢੇ 'ਤੇ ਪਰਨਾ ਸਿੱਟਿਆ ਸੀ ਉਹਦੇ ਲੜ ਵਿੱਚ ਉਹਨੇ 5 7 10 20 ਕੁਕੜੀਆਂ ਤੋੜ ਕੇ ਬੰਨ੍ਹ ਲਈਆਂ ਤੇ ਮੋਢੇ 'ਤੇ ਐਂ ਸਿੱਟ ਲਿਆ ਪਰਨਾ। ਕਹੋ ਸਤਿਨਾਮ ਸ੍ਰੀ। ਤੁਰੇ ਗਏ ਫਿਰ 1 2 ਦਿਨ। ਅਗਲੇ ਦਿਨ ਫਿਰ ਭੁੱਖ ਲੱਗੀ। ਮਰਦਾਨਾ ਜਾਣ ਬੁੱਝ ਕੇ ਬਾਬੇ ਨਾਨਕ ਤੋਂ ਪਿੱਛੇ ਰਹਿ ਗਿਆ ਵੀ ਚੱਲ ਜਾਂਦੇ ਜਾਂਦੇ ਖਾ ਲਾਂਗੇ ਕੱਢ ਕੇ। ਤੇ ਜਿਸ ਵੇਲੇ ਉਸਨੇ ਉਹ ਬੰਨੀ ਹੋਈ ਕੁਕੜੀ ਖਾਧੀ, ਉਹ ਚੜ੍ਹ ਗਿਆ ਅੱਕ, ਫਿਰ ਢਿੱਡ ਦੁਖਣ ਲੱਗਿਆ, ਡਿੱਗ ਪਿਆ, ਰੋਵੇ। ਬਾਬਾ ਜੀ ਮੁੜ ਪਏ, ਕਹਿੰਦੇ ਕੀ ਹੋ ਗਿਆ ਓਏ? ਕਹਿੰਦਾ ਜੀ ਆਹ ਕੱਲ੍ਹ ਖਾਧੀਆਂ, ਕੱਲ੍ਹ ਤਾਂ ਬੜੀਆਂ ਸਵਾਦ ਸੀ, ਤੇ ਅੱਜ ਮੈਨੂੰ ਕੌੜੀਆਂ ਲੱਗੀਆਂ ਤੇ ਮੇਰੇ ਤਾਂ ਚੜ੍ਹ ਗਈਆਂ ਮੈਨੂੰ। ਬਾਬਾ ਜੀ ਕਹਿੰਦੇ ਮੈਨੂੰ ਪੁੱਛ ਕੇ ਖਾ ਲੈਂਦਾ, ਤੈਨੂੰ ਕਿਹਾ ਸੀ ਪੱਲੇ ਨਹੀਂ ਬੰਨਣੀਆਂ, ਫਿਰ ਕਿਹੜਾ ਮੁੱਕੀਆਂ ਸੀ, ਗਾਹਾਂ ਹੋਰ ਮਿਲ ਜਾਂਦੀਆਂ, ਸਿੱਟ ਦੇ ਇਹਨਾਂ ਨੂੰ। ਉੱਥੇ ਨੇੜੇ ਆ ਖੜਾ ਸੀ, ਉੱਥੋਂ ਤੋੜ ਕੇ ਇੱਕ ਹੋਰ ਫੜਾਤੀ, ਕਹਿੰਦੇ ਆਹ ਖਾ ਲਾ। ਉਹ ਖਾਧੀ ਤੇ ਠੀਕ ਹੋ ਗਿਆ। ਭਾਵ ਇਹ ਭਗਤੀ ਦੀ ਪਾਵਰ ਹੈ, ਭਗਤੀ ਦੀ ਸ਼ਕਤੀ ਹੈ। ਸਿੱਧਾ ਨੇ ਪੁੱਛਿਆ ਤੁਹਾਡੇ ਵਿੱਚ ਕਿੰਨੀ ਕੁ ਤਾਕਤ ਹੈ? ਬਾਬਾ ਜੀ ਕਹਿੰਦੇ ਤਾਕਤ ਤਾਂ ਬਹੁਤ ਹੈ, ਪਰ ਇੰਨੀਆਂ ਤਾਕਤਾਂ ਪਾ ਕੇ ਵੀ ਮੇਰੇ ਅੰਦਰੋਂ ਪਰਮੇਸ਼ਰ ਦੀ ਭਗਤੀ ਦਾ ਚਾਅ ਨਾ ਘਟੇ। ਮੈਂ ਅਰਦਾਸ ਕਰਦਾ। ਕਹੋ ਸਤਿਨਾਮ ਸ੍ਰੀ। ਭਗਤੀ ਬਹੁਤ ਹੋ ਗਈ, ਭਗਤੀ ਤਾਂ ਜਿੰਨੀ ਵੀ ਹੋ ਜਾਵੇ ਓਨੀ ਥੋੜ੍ਹੀ ਹੈ। ਭਾਵੇਂ ਬੰਦੇ ਵਿੱਚ ਰਿੱਧੀਆਂ ਸਿੱਧੀਆਂ ਤਾਕਤਾਂ ਕਿਉਂ ਨਾ ਆ ਜਾਣ, ਇੰਨੀਆਂ ਤਾਕਤਾਂ ਦੇ ਹੁੰਦਿਆਂ ਹੋਇਆਂ ਵੀ ਪਾਤਸ਼ਾਹ ਜੀ ਕਹਿੰਦੇ ਮਨੁੱਖ ਦੇ ਅੰਦਰ ਭੀ ਤੂੰ ਹੈ ਸਲਾਹਣਾ, ਆਖਣ ਲਾਹੈ ਨਾ ਚਾਓ।
ਬਾਬਾ ਜੀ ਉਸ ਪਰਮੇਸ਼ਰ 'ਤੇ ਮਾਣ ਕਰਦੇ ਹੋਏ ਕਹਿੰਦੇ ਆ, ਜੇ ਮੈਂ ਚਾਹਾਂ ਤਾਂ ਇੱਦਾਂ ਕਰ ਸਕਦਾ। ਧੰਨ ਗੁਰੂ ਨਾਨਕ ਦੇਵ ਜੀ ਗਏ ਨਾ ਨਾਨਕ ਮੱਤੇ, ਉੱਥੇ ਇਹਨਾਂ ਜੋਗੀਆਂ ਦਾ ਬੋਲਬਾਲਾ ਸੀ, ਜੋਗੀਆਂ ਨੂੰ ਲੋਕ ਮੰਨਦੇ ਸੀ ਪਹਿਲਾਂ। ਜਿਸ ਵੇਲੇ ਨਾਨਕ ਮੱਤੇ ਜਾ ਕੇ ਬੈਠੇ, ਜਿਸ ਨੂੰ ਪਹਿਲਾਂ ਗੋਰਖ ਮੱਤਾ ਕਹਿੰਦੇ ਸੀ, ਸਿੱਧਾਂ ਨੇ ਸੋਚਿਆ ਵੀ ਇਹ ਕਿਹੜਾ ਨਵਾਂ ਹੀ ਸਾਧ ਆ ਗਿਆ ਬਈ, ਇਹ ਕਿੱਥੋਂ ਆ ਗਿਆ, ਦੁਨੀਆ ਸਾਨੂੰ ਪੂਜਦੀ ਹੈ, ਕਿਤੇ ਇਹਦੀ ਪੈਂਠ ਨਾ ਪੈ ਜੇ, ਲੋਕ ਇਹਨੂੰ ਨਾ ਮੰਨਣ ਲੱਗ ਜਾਣ। ਉਹਨਾਂ ਨੇ ਪਿੰਡ ਵਾਲਿਆਂ ਨੂੰ ਕਹਿਤਾ ਵੀ ਆ ਜਿਹੜਾ ਨਵਾਂ ਸਾਧ ਆਇਆ ਨਾ ਇੱਥੇ 3 ਜਣੇ, ਇਹਨਾਂ ਨੂੰ ਤੁਸੀਂ ਪਿੰਡ 'ਚੋਂ ਦੁੱਧ ਨਹੀਂ ਦੇਣਾ, ਰੋਟੀ ਨਹੀਂ ਦੇਣੀ, ਕੁਛ ਨਹੀਂ ਦੇਣਾ। ਪਾਤਸ਼ਾਹ ਖੂਹ ਦੇ ਉੱਤੇ ਬੈਠੇ ਆ, ਕਹਿੰਦੇ ਪਿੰਡ ਵਿੱਚੋਂ ਅੱਗ ਲੈਣ ਗਿਆ ਤੇ ਕਿਸੇ ਨੇ ਅੱਗ ਵੀ ਨਾ ਦਿੱਤੀ ਮਰਦਾਨੇ ਨੂੰ। ਜਦ ਅੱਗ ਨਾ ਦਿੱਤੀ ਤੇ ਝੱਖੜ ਚੱਲਿਆ, ਐਸਾ ਹਵਾ ਹਨੇਰੀ ਐਸੀ ਚੱਲੀ, ਜੋਗੀਆਂ ਦੀ ਅੱਗ ਵੀ ਉੱਡ ਗਈ। ਤੇ ਭਾਈ ਮਰਦਾਨੇ ਨੂੰ ਕਹਿੰਦੇ ਐਂ ਕਰ, ਉਹ ਇੱਕ ਭਖਦੀ ਹੋਈ ਮੀਂਗਣ ਪਈ ਹੈ ਨਾ, ਕਿਉਂਕਿ ਗੋਹਾ ਅੱਗ ਵਿੱਚ ਭਖ ਜਾਂਦਾ, ਕਹਿੰਦੇ ਉਹ ਚੱਕ ਕੇ ਲਿਆ। ਉਹ ਚੱਕ ਲਿਆਂਦੀ ਤੇ ਅੱਗ ਮਚਾ ਲਈ। ਸਾਰਿਆਂ ਜੋਗੀਆਂ ਦੀਆਂ ਅੱਗਾਂ ਬੁਝ ਗਈਆਂ, ਇਹਨਾਂ ਕੋਲੇ ਮੱਚੀ ਜਾਂਦੀ ਆ। ਫਿਰ ਜੋਗੀ ਉੱਠ ਕੇ ਇਹਨਾਂ ਕੋਲੇ ਆ ਗਏ। ਪਿੰਡ 'ਚੋਂ ਦੁੱਧ ਲੈਣ ਗਿਆ ਮਰਦਾਨਾ, ਕਿਸੇ ਨੇ ਦੁੱਧ ਨਾ ਦਿੱਤਾ। ਤੇ ਗੁਰੂ ਪਿਆਰਿਓ, ਭਾਈ ਮਰਦਾਨੇ ਨੂੰ ਪਾਤਸ਼ਾਹ ਕਹਿੰਦੇ, ਮਰਦਾਨਿਆ ਦੁੱਧ ਕੱਢ ਲਾ ਆਪਣੇ ਖੂਹ 'ਚੋਂ। ਜੋਗੀ ਹੈਰਾਨ ਹੈ, ਖੂਹ ਵਿੱਚ ਤਾਂ ਪਾਣੀ ਆ, ਪਰ ਜਿਸ ਵੇਲੇ ਭਾਈ ਮਰਦਾਨੇ ਨੇ ਗੜਵਾ ਵਗਾਇਆ ਉਹਦੇ ਵਿੱਚ ਤੇ ਬਾਹਰ ਕੱਢਿਆ, ਦੁੱਧ ਦਾ ਭਰਿਆ ਨਿਕਲਿਆ, ਜੋਗੀਆਂ ਨੂੰ ਵੀ ਪਿਆਇਆ ਜਿਹੜੇ ਈਰਖਾ ਕਰਦੇ ਸੀ। ਇਸੇ ਤਰ੍ਹਾਂ ਦੀ ਇੱਕ ਹੋਰ ਕਹਾਣੀ ਹੈ ਛੋਟੀ ਜੀ। ਧੰਨ ਗੁਰੂ ਨਾਨਕ ਦੇਵ ਜੀ ਯਾਤਰਾ ਦੌਰਾਨ, ਉਦਾਸੀ ਦੌਰਾਨ ਇੱਕ ਨਗਰ ਵਿੱਚ ਗਏ। ਨਗਰ ਦੇ ਬਾਹਰ ਖੇਤਾਂ 'ਚ ਬੈਠੇ ਆ। ਦੋਧਾ ਨਾਮ ਦਾ ਇੱਕ ਜ਼ਿਮੀਂਦਾਰ ਆ, ਰੋਜ਼ਾਨਾ ਖੇਤ ਜਾਂਦਾ ਖੇਤੀਬਾੜੀ ਕਰਨ। ਦੁਪਹਿਰੇ ਉਹਦੇ ਘਰ ਵਾਲੀ ਦੁੱਧ ਆਪਣਾ ਰੋਟੀ ਲੈ ਕੇ ਜਾਂਦੀ ਹੈ ਉਹਦੇ ਵਾਸਤੇ। ਉਹਨੂੰ ਰਸਤੇ ਵਿੱਚ ਬੈਠੇ ਸਾਧੂ ਦਿਸੇ, ਧਿਆਨ ਦਿਓ। ਤਾਂ ਉਸ ਵੇਲੇ ਫਿਰ ਗੁਰੂ ਪਿਆਰਿਓ, ਉਸ ਬੀਬੀ ਨੇ ਸੋਚਿਆ ਵੀ ਇਹ ਸਾਧੂ ਬਾਹਰੋਂ ਆਏ ਨਾ, ਕਿਉਂ ਨਾ ਮੈਂ ਇਹਨਾਂ ਨੂੰ ਜਲ ਪਾਣੀ ਛਕਾ ਦਿਆ ਕਰਾਂ। ਉਹ ਘਰ ਵਾਲੇ ਨੂੰ ਰੋਟੀ ਫੜਾ ਕੇ ਘਰੇ ਆਉਂਦੀ ਤੇ ਤੌੜੀ ਵਿੱਚੋਂ ਦੁੱਧ ਦਾ ਡੋਲੂ ਭਰ ਕੇ ਉਹਨਾਂ ਦੁੱਧ ਲਿਜਾ ਕੇ ਪਿਆਉਣ ਲੱਗੀ। ਤੁਹਾਨੂੰ ਪਤਾ ਵੀ ਚੁਗਲਖੋਰ ਵੀ ਮਗਰ ਹੀ ਰਹਿੰਦੇ ਆ। ਕਿਸੇ ਨੇ 2-4 ਦਿਨ ਉਸ ਬੀਬੀ ਨੂੰ, ਉਹ ਸੰਤਾਂ ਨੂੰ, ਭਾਵ ਬਾਬੇ ਨਾਨਕ ਹੋਰਾਂ ਨੂੰ ਦੁੱਧ ਪਿਆਉਂਦੇ ਵੇਖ ਲਿਆ। 3 ਕੁ ਦਿਨ ਵੇਖਿਆ ਤੇ ਜਾ ਕੇ ਦੋਧੇ ਨੂੰ ਚੁਗਲੀ ਕਰਤੀ। ਕਹਿੰਦੇ ਤੂੰ ਤਾਂ ਖੇਤਾਂ ਵਿੱਚ ਹਲ ਵਾਹੁੰਦਾ ਫਿਰਦਾ, ਤੇਰੀ ਘਰ ਵਾਲੀ ਸਾਧਾਂ ਨੂੰ ਦੁੱਧ ਪਿਆਉਂਦੀ ਫਿਰਦੀ ਆ। ਕਹਿੰਦੇ ਉਹ ਕਿਵੇਂ? ਕਹਿੰਦੇ ਉਹ ਆਪਣੀ ਫਿਰਨੀ 3 ਸਾਧ ਬੈਠੇ ਨਾ, ਪਤਾ ਨਹੀਂ ਕਿੱਥੋਂ ਆਏ ਆ। ਆਹੋ, ਤੇ ਤੈਨੂੰ ਤਾਂ ਰੋਟੀ ਫੜਾ ਕੇ ਮੁੜ ਜਾਂਦੀ ਹੈ, ਮੁੜ ਕੇ ਘਰੋਂ ਦੁੱਧ ਲਿਆ ਕੇ ਉਹਨਾਂ ਨੂੰ ਪਿਆਉਂਦੀ ਹੈ। ਅੱਛਾ, ਦੇਖਾਂਗੇ। ਬੰਦਾ ਕਈ ਵਾਰੀ ਕੰਨਾਂ ਦਾ ਕੱਚਾ ਚੁਗਲੀਆਂ ਸੁਣ ਕੇ ਭੜਕ ਜਾਂਦਾ, ਉਹ ਵੀ ਭੜਕ ਗਿਆ। ਬੀਬੀ ਵਿਚਾਰੀ ਆਪਦੇ ਧਰਮ ਦੇ ਮੁਤਾਬਕ, ਸ਼ਰਧਾ ਦੇ ਮੁਤਾਬਕ ਰੋਟੀ ਫੜਾ ਕੇ ਉਹਨੂੰ ਗਈ, ਘਰ ਨੂੰ ਦੁੱਧ ਪਾਇਆ, ਭਾਂਡੇ ਚੱਲ ਪਈ। ਤੇ ਇਸ ਨੇ ਵਿਉਂਤ ਬਣਾਈ ਤੇ ਇਹਦੇ ਮਗਰ ਚੋਰੀਆਂ ਚੱਲ ਪਿਆ। ਇਹਨੇ ਵੇਖਿਆ ਘਰੋਂ ਦੁੱਧ ਚੱਕਿਆ, ਚੱਲ ਪਈ, ਮਗਰ ਫਿਰ ਚੱਲ ਪਿਆ। ਔਰ ਖੇਤਾਂ ਵਿੱਚ ਬੈਠੇ, ਪਿੰਡੋਂ ਬਾਹਰ ਬੈਠੇ ਬਾਬੇ ਨਾਨਕ ਹੋਰਾਂ ਦੇ ਕੋਲ ਬੀਬੀ ਆ ਗਈ, ਕਹਿੰਦੀ ਲਓ ਮਹਾਰਾਜ ਦੁੱਧ ਛਕ ਲਓ। ਪਰ ਉਹ ਮਗਰ ਆਉਂਦਾ ਸੀ ਵੇਖਣ ਵਾਸਤੇ ਵੀ ਕੀ ਕਰਦੇ ਆ। ਕੋਈ 20-50 ਕਦਮਾਂ ਦੂਰ ਟਾਹਲੀ ਸੀ, ਉਹਦੀ ਉਹਲੇ ਖੜ ਗਿਆ ਤੇ ਬੀਬੀ ਨੇ ਲਿਆ ਕੇ ਦੁੱਧ ਰੱਖਤਾ, ਲਓ ਮਹਾਰਾਜ ਛਕ ਲਓ। ਪਾਤਸ਼ਾਹ ਕਹਿੰਦੇ ਬਾਲਿਆ, ਹਾਂ ਮਹਾਰਾਜ, ਇਹ ਦੁੱਧ ਦੇ ਅੱਜ 5 ਹਿੱਸੇ ਕਰ ਲਾ। ਬੀਬੀ ਆਸੇ ਪਾਸੇ ਦੇਖੇ ਵੀ 3 ਜਣੇ ਇਹ ਆ ਤੇ ਚੌਥਾ ਮੈਨੂੰ ਵੀ ਘੁੱਟਕ ਦੇ ਦਿੰਦੇ ਆ ਪ੍ਰਸ਼ਾਦ ਤੌਰ ਤੇ 5ਵਾਂ ਇੱਥੇ ਕੌਣ ਆ? 5ਵਾਂ ਕੋਈ ਨਾਂ ਦਿਸਿਆ ਮਹਾਰਾਜ, 5ਵਾਂ ਕੌਣ ਆ? ਪਾਤਸ਼ਾਹ ਕਹਿੰਦੇ ਬੇਟਾ ਤੇਰਾ ਪਤੀ ਵੀ ਆਇਆ ਅੱਜ। ਡਰ ਗਈ ਵਿਚਾਰੀ, ਇੱਕ ਵਾਰ ਤਾਂ ਬਿਨਾਂ ਦੱਸੇ ਸੀ ਆਈ ਨਾ, ਡਰ ਗਈ। ਕਹਿੰਦੀ ਜੀ ਉਹ ਕਿੱਥੇ ਆ? ਕਹਿੰਦੇ ਉਹ ਟਾਹਲੀ ਉਹਲੇ ਖੜਾ, ਜਾ ਉਹਨੂੰ ਬੁਲਾ ਕੇ ਲਿਆ। ਉਹਨੂੰ ਕਹਿ ਹੁਣ ਤੂੰ ਆ ਹੀ ਗਿਆ ਤੇ ਆ ਜਾ ਮਹਾਂਪੁਰਸ਼ਾਂ ਦੇ ਕੋਲੇ ਆ ਜਾ।
जिस वेले बुलाउण गया, बीबी गई बुलाउण वास्ते, वो आ गया कोले, कोले बह गया। फिर 5 हिस्सियां में दुध पा लिया, 5 बर्तनों में दुध पा लिया, तो दुध इनू फड़ा के बाटा पातशाह कहते लै भी छक ला। कहना तुसीं छको बाबा जी, असीं तां रोज़ ही छकदे आ। थोड़ा मन च गुस्सा भी सीगा भी मैनू दसे बिना दुध पिआउंदी आ, ते कुछ हंकार भी सी भी साडे घरे बड़ियां मੱਝਾਂ गावां है, असीं तां दुध पीने आ, साधां नूं मसां मिलदा। कहना जी तुसीं छको, असीं तां रोज़ ही पीने आ। कहने असीं भी पीने आ दुध, तां ऐसी गल नहीं, दुध साडे कोले बहुत हुंदा है, पर ये शरधा ना लाया तूं पी ला। कहता नहीं नहीं तुसी पीओ महाराज। ना पीता। वो दुध वाला खाली बर्तन सी ना, बाबा जी ने फड़ाया, कहते चंगा वो पानी वगदा, उतों पानी लैके आ। नेड़े खाला वगदा सी पानी का, कहते उतों पानी डोलू भर लिया हथ धोन नूं। वो डोलू लैके पानी लैन गया, खाले चों भर के डोलू बाहर कढ़िया तो दुध भर गया। सोचा भी दुध वाला सीगा, समार के धो मांज के डोलता पानी, फिर भरिया बाहर कढ़दा दुध भर जे। 5-4 बारी उन्हें बदल बदल के खाले चो पानी का भरिया, पर जदों बाहर कढ़े दुध का बन जे। अखीर वो दुध ही लैके आ गया। कहता लो महाराज। बाबा जी कहते मैं तैथों पानी मंगाया, दुध चक्की आना। कहना जी सारे खाले च दुध ही वगी जाता है, फिर तू सानू कहना असीं तां रोज़ ही पीने, साधा नूं कदे कदे मिलदा। असीं चाहिए तो नदियां नूं दुध दियां बना दईए। को सतनाम सी नदियां होवे धेनवा, सुम होवे दुध घीओ। दुध आ शकल शकल है, फिर दुध का कोई शरधा च आ गया भी यार वाकया है तो कोई साध करामाती है। सारा पानी का खाला ही दुध का बनाता, जिथों डोलू भरदा उत्थे दुध निकलदा। अखीर उन्हें छक लिया तो पातशाह खुशी दे घर आए, कहे दुध असीं तुहाडी सेवा ते बड़े खुश होए हैं। तेरी घरवाली ने पिछले कई दिनों तो सानू जल पानी छकाया, ये बदले असीं तैनूं कुछ देना चाहुंदे हैं। दुध का कहता नहीं रहन दो जी बस। नहीं नहीं देना तैनूं कुछ ना कुछ, तू मंग तां सही। कहना जी फिर जिमींदारां नूं जमीन नाल हुंदा, मेरी बहुत सारी जमीन होवे, कहंदे हो जूगी, होर कुछ मंग ला। कहने जी फिर बस आ जिहड़ा साडा माल डंगर हुंदा, पशु गऊआं मੱਝਾਂ है वाधू होण मार घर विच। वो कहदी वो भी होणगियां, तू कुछ होर मंग लै। कहना जी साडे घरे बच्चा भी नहीं होया हले तक, एक पुत्र दी दात बख्श दिओ। बाबा जी कहंदे वो भी हो जूगा, तू कुछ होर मंग। हुण जिहड़े साथी हुंदे आ वो समझदे हुंदे आ इशारिਆਂ नूं भी बाबा नानक ते हो गया बहुत खुश, तो इनू नाम की दात देनी चाहता, पर बेचारे नाम के बारे पता नहीं कि नाम मंग लवां। को सतनाम सी। साथी ने दसिया फिर दुध आ, वो गुरु साहब तेरे ते बड़े खुश है, तू इन्हां तो वो चीज़ मंग जिहड़ी देनी चाहते आ, कि नाम की दात मंग। कहना जी वो भी दे दिओ। फिर पातशाह ने दोधे ते दोधे दे घर वाली नूं नाम की दात दे के नवाजिया। कहने दोधिया इस नाम दे विचों सारा कुछ निकलदा, नाम जपिया कर, तेरिया फसलां भी बहुत होणगियां, गावां मੱਝਾਂ भी बहुत होणगियां, तेरे बाल बच्चे भी बहुत होणगे, और तेरी जमीन भी बहुत होवेगी। उस दोधे ते फिर किरपा कीती पातशाह ने। इस करके सिद्धा ने पूछया सोडे च किन्नी पावर आ। बाबा जी कहते भगती च बड़ी पावर है, जिहड़ी भगती मैं कीती आ, जे मैं चाहां तां सलोक महला पहला, नदियां होवै धेनवा। ये नदियां गऊआं मੱਝਾਂ की तरह दुध देन लग जाण। सुम होवै दुध घीओ। जिहड़े सोमे हन, पहाड़ां चों निकलण वाले झरने जां समुंदर, ये सारे दुध घिओ दे बना दे आ। सगली धरती शक्कर होवै, धरती तो शक्कर पैदा करदे आ, ते हुंदी भी है। गन्ना शक्कर मिट्टी च बनता है ना, फिर गुड़ निकलता, फिर शक्कर बनती है। ये भी जिमींदार की भगती आ, किसान की भगती आ। पर गुरु पातशाह सीधी बना दिंदा। किस तरह? जिवें एक दिन संगत आई सुल्तानपुर, लैणा जी आए महाराज, संगत आई आ दोपहरे जे,
ਸਵੇਰ ਦਾ ਲੰਗਰ ਮਸਤ ਹੋ ਗਿਆ, ਇਹਨਾਂ ਨੂੰ ਕੀ ਛਕਾਈਏ, ਭੁੱਖ ਲੱਗੀ ਆ। ਪਿਛਲੇ ਕਈ ਦਿਨਾਂ ਤੋਂ ਮੀਂਹ ਪਈ ਜਾਂਦਾ, ਲੱਕੜਾਂ ਵੀ ਗਿੱਲੀਆਂ ਹੋਈਆਂ ਪਈਆਂ। ਬਾਬਾ ਜੀ ਬੈਠੇ ਬੈਠੇ ਇਹਨਾਂ ਨੂੰ ਲੱਡੂ ਛਕਾ ਦਿਓ। ਲੱਡੂ ਮਹਾਰਾਜ, ਲੱਡੂ ਕਿੱਥੇ ਆ? ਕਹਿੰਦੇ ਉਹ ਦੇਖੋ ਕਿੱਕਰ ਭਰੀ ਪਈ ਲੱਡੂਆਂ ਦੀ, ਮਠਿਆਈ ਛਕਾ ਦਿਓ। ਜਾ ਪੁੱਤਰ ਜਾ ਕਿੱਕਰ ਹਿਲਾ ਕੇ ਆ। ਪੁੱਤਰ ਕਹਿਣ ਲੱਗੇ ਆ, ਮਹਾਰਾਜ ਖਾਣੋਂ ਬਸ਼ਰਮੀ ਦਿੰਦੇ ਹੋ, ਕਿਤੇ ਦਰਖਤਾਂ ਨੂੰ ਮਠਿਆਈਆਂ ਲੱਗੀਆਂ। ਜਵਾਬ ਦੇਤਾ। ਦੂਜੇ ਨੂੰ ਕਿਹਾ, ਉਹ ਵੀ ਕਹਿੰਦਾ ਬਾਪੂ ਛੱਡ ਖੜਾ, ਵੱਡੀ ਉਮਰ ਹੋ ਗਈ ਆ, ਹੁਣ ਬੌਲੀਆਂ ਮਾਰਦਾ, ਦਰਖਤਾਂ ਨੂੰ ਕਿਤੇ ਮਠਿਆਈ ਲੱਗੀ ਆ। ਜਾ ਪੁੱਤ ਲੈਣ ਆ, ਤੂੰ ਹੀ ਹਿਲਾਇਆ, ਲੱਡੂ ਡਿੱਗ ਪੈਣਗੇ। ਉਹ ਲਹਿਣਾ ਚੱਲ ਪਿਆ। ਕਹਿੰਦੇ ਲਹਿਣਾ ਜੀ ਦਾ ਚੋਲਾ ਪਿੱਛੋਂ ਫੜ ਲਿਆ ਕਿਸੇ ਨੇ। ਕਹਿੰਦੇ ਮੂਰਖ ਹੋਇਆ, ਉਹ ਬਾਪੂ ਤਾਂ ਵੱਡੀ ਉਮਰ ਦਾ ਹੋ ਗਿਆ, ਤੂੰ ਤਾਂ ਸਿਆਣਾ ਬਣ, ਦਰਖਤ ਤੇ ਮਠਿਆਈ ਕਿੱਥੇ ਆ? ਲਹਿਣਾ ਜੀ ਕਹਿੰਦੇ ਵੇਖੋ, ਮੈਂ ਬਾਬੇ ਦੇ ਬਚਨਾਂ ਨੂੰ 7 ਬਚਨ ਕਹਿਣਾ, ਮੈਨੂੰ ਹੁਕਮ ਹੈ ਕਿ ਘਰ ਨੂੰ ਹਿਲਾਉਣ ਦਾ। ਜੇ ਮਠਿਆਈ ਲੱਥੀ ਤਾਂ ਵੀ ਵਡਿਆਈ ਬਾਬੇ ਨਾਨਕ ਦੀ, ਨਾ ਲੱਥੀ ਤਾਂ ਵੀ ਇਹਨੂੰ ਲਾਜ, ਮੈਂ ਤਾਂ ਹਿਲਾਉਣੀ ਆ। ਤੇ ਕਹਿੰਦੇ ਉਸੇ ਵੇਲੇ ਜਾ ਕੇ ਲਹਿਣਾ ਜੀ ਨੇ ਕਿੱਕਰ ਤੇ ਚੜ੍ਹ ਕੇ ਟਾਹਣੇ ਤੇ ਖੜ ਕੇ, ਤੇ ਜਿਸ ਵੇਲੇ ਟਾਹਣਾ ਝੂਣਿਆ ਹਿਲਾਇਆ, ਜਿਹੜੇ ਫੁੱਲ ਸੀਗੇ ਉਹ ਵੱਡੇ ਵੱਡੇ ਲੱਡੂ ਬਣ ਕੇ ਡਿੱਗਣ ਲੱਗੇ। ਕਹੋ ਸਤਿਨਾਮ ਸ੍ਰੀ। ਇਹ ਗੱਲਾਂ ਕੇਵਲ ਕਹਿਣ ਮਾਤਰ ਨਹੀਂ, ਸਤਿਗੁਰਾਂ ਨੇ ਜ਼ਿੰਦਗੀ ਵਿੱਚ ਕਰਕੇ ਵੀ ਦਿਖਾਈਆਂ। ਤੇ ਥੱਲੇ ਸੰਗਤਾਂ ਨੇ ਚਾਦਰਾਂ ਵਿਛਾ ਲਈਆਂ ਤੇ ਕਿਤਨੇ ਹੀ ਲੱਡੂ ਮਠਿਆਈ ਡਿੱਗੀ ਤੇ ਸਾਰਿਆਂ ਨੇ ਖਾਧੀਆਂ। ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ। ਤੇ ਜਦ ਕੋਈ ਭਗਤੀ ਕਰਦਾ ਸ਼ੁਰੂ 'ਚ ਤਾਂ ਥੋੜਾ ਬੇਸਵਾਦਾ ਜਿਹਾ ਲੱਗਦਾ ਹੈਗਾ ਵੀ ਯਾਰ ਪਤਾ ਨਹੀਂ ਕੁਛ ਬਣੂ ਕਿ ਨਾ ਬਣੂ, ਪਰ ਜਦੋਂ ਖਜ਼ਾਨਾ ਜਮ੍ਹਾਂ ਹੋ ਜਾਂਦਾ ਫਿਰ ਦਾਤਾਂ ਨਿਕਲਣੀਆਂ ਸ਼ੁਰੂ ਹੁੰਦੀਆਂ। ਹੁਣ ਜ਼ਿਮੀਂਦਾਰ 6 ਮਹੀਨੇ ਉਡੀਕਦਾ ਰਹਿੰਦਾ, ਮਣ ਪੱਕੇ ਦਾਣੇ ਪਾ ਕੇ ਧਰਤੀ 'ਚ ਬਹਿ ਜਾਂਦਾ, 6 ਮਹੀਨੇ ਮਿਹਨਤ ਕਰਦਾ ਉਸ 'ਤੇ, ਪਰ 6 ਮਹੀਨਿਆਂ ਬਾਅਦ ਉਹ ਮਣ 40 ਮਣ ਬਣ ਕੇ ਨਿਕਲਦਾ। ਕਹੋ ਸਤਿਨਾਮ ਸ੍ਰੀ। ਉਹ ਕਣਕ ਵੱਧ ਕੇ ਨਿਕਲਦੀ ਆ। ਤੋ ਇਸ ਕਰਕੇ ਪ੍ਰੀਤਮ ਜੀ ਕਹਿੰਦੇ ਖੁਸ਼ੀ ਕਰੇ ਨਿਤ ਜੀਓ। ਇਤਨੀ ਕਿਰਪਾ ਹੋ ਜਾਂਦੀ ਆ, ਭਗਤੀ ਕੋਈ ਕਰੇ ਤਾਂ ਇੰਨੀ ਪਾਵਰ ਆਉਂਦੀ ਆ। ਪਰਬਤ ਸੋਇਨਾ ਰੂਪਾ ਹੋਵੇ, ਹੀਰੇ ਲਾਲ ਜੜਾਓ, ਪਹਾੜਾਂ ਨੂੰ ਸੋਨੇ ਚਾਂਦੀ ਦੇ ਬਣਾ ਦੇ ਆ। ਧੰਨ ਗੁਰੂ ਨਾਨਕ ਦੇਵ ਜੀ ਸਿੱਧਾਂ ਵੱਲ ਜਾਂਦੇ ਹੋਏ ਇੱਕ ਪਹਾੜ 'ਤੇ ਬੈਠੇ ਐ, ਸੁਮੇਰ ਪਰਬਤ 'ਤੇ, ਧਿਆਨ ਦਿਓ। ਔਰ ਭਾਈ ਮਰਦਾਨਾ ਜੀ ਨੇ ਉਸ ਪਹਾੜ ਨੂੰ ਵੇਖਿਆ ਤੇ ਮਰਦਾਨਾ ਜੀ ਨੂੰ ਇਉਂ ਲੱਗਿਆ ਜਿਵੇਂ ਸਾਰਾ ਹੀ ਸੋਨੇ ਦਾ ਹੈ, ਤੇ ਉੱਥੇ ਕੁਝ ਬੂੰਦਾਂ ਡਿੱਗ ਰਹੀਆਂ ਨੇ ਉੱਪਰੋਂ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਇਹ ਪਹਾੜ ਸੋਨੇ ਦਾ ਹੈ? ਕਹਿੰਦੇ ਹਾਂ ਮਰਦਾਨੀਆ, ਇਹ ਸੋਨੇ ਦਾ ਪਹਾੜ ਹੈ। ਅੱਛਾ ਮਹਾਰਾਜ, ਤੇ ਆਹ ਬੂੰਦਾਂ ਜਿਹੀਆਂ ਡਿੱਗ ਰਹੀਆਂ ਇਹ ਕੀ ਹੈ? ਕਹਿੰਦੇ ਇਹ ਅੰਮ੍ਰਿਤ ਹੈ, ਇਹ ਅਮਰ ਦੀਆਂ ਬੂੰਦਾਂ ਹੈ। ਇਹ ਮਹਾਰਾਜ ਐਵੇਂ ਡਿੱਗੀ ਜਾਂਦੀਆਂ ਕਿ ਕੋਈ ਪੀਂਦਾ ਵੀ ਹੈ? ਕਹਿੰਦੇ ਨਹੀਂ, ਇਹ ਭਗਤੀ ਕਰਨ ਵਾਲਿਆਂ ਵਾਸਤੇ ਆ, ਉਹ ਪੀਂਦੇ ਆ। ਜਦੋਂ ਇਹਨਾਂ ਬੂੰਦਾਂ ਨੂੰ ਪੀਂਦੇ ਆ ਨਾ, ਫਿਰ ਲੰਮਾ ਸਮਾਂ ਸਮਾਧੀ ਵਿੱਚ ਚਲੇ ਜਾਂਦੇ ਆ, ਆਨੰਦ ਵਿੱਚ ਚਲੇ ਜਾਂਦੇ ਆ। ਜਦੋਂ ਭੁੱਖ ਲੱਗਦੀ ਆ ਫਿਰ ਪੀ ਲੈਂਦੇ ਆ, ਕਈ ਦਿਨ ਮੁੜ ਕੇ ਭੁੱਖ ਹੀ ਨਹੀਂ ਲੱਗਦੀ। ਮਰਦਾਨੇ ਦੀ ਗੱਲ ਬਣ ਗਈ। ਮਰਦਾਨਾ ਦਾ ਬੜਾ ਹੀ ਵਿਚਾਰੇ ਨੂੰ ਵਾਰ-ਵਾਰ ਭੁੱਖ ਲੱਗਦੀ ਸੀ, ਹੁਣ ਜਾਣਾ ਵੀ ਪਹਾੜਾਂ 'ਤੇ ਹੈ। ਮਰਦਾਨਾ ਕਹਿੰਦਾ ਵੀ ਗੱਲ ਸੁਣੋ, ਫਿਰ ਜੇ ਆਹ ਗੱਲ ਹੈ ਤੇ ਮੈਂ ਪੀ ਲਾਂ, ਮੈਨੂੰ ਭੁੱਖ ਬਹੁਤ ਲੱਗਦੀ ਆ। ਬਾਬਾ ਜੀ ਕਹਿੰਦੇ ਪੀ ਲਾ ਮਰਦਾਨਿਆ, ਪਰ ਪਚਾਉਣੀਆਂ ਬੜੀਆਂ ਔਖੀਆਂ। ਭਾਵ ਜਦੋਂ ਨਾਮ ਦੀ ਪਾਵਰ ਆਉਂਦੀ ਹੈ, ਬੰਦੇ ਵਿੱਚ ਸ਼ਕਤੀ ਆਉਂਦੀ ਹੈ ਨਾ, ਬੰਦਾ ਭਟਕ ਜਾਂਦਾ, ਜਿਵੇਂ ਸ਼ਰਾਬੀ ਸ਼ਰਾਬ ਪੀ ਕੇ ਭਟਕ ਜਾਂਦਾ। ਕੋਈ ਸਤਨਾਮ ਜਦੋਂ ਨਹਿਰ ਚੜ੍ਹ ਜਾਂਦਾ ਫਿਰ ਉਹ ਬੜਖਾਬੜ ਬੋਲਣ ਲੱਗ ਜਾਂਦਾ। ਇਹ ਨਾਮ ਦੀ ਪਾਵਰ ਵੀ ਬੰਦੇ ਨੂੰ ਪਹੁੰਚਾਉਣੀ ਬੜੀ ਔਖੀ ਹੈ। ਕਈ ਵਾਰੀ ਜਦ ਉਹਦੀ ਕਿਰਪਾ ਹੁੰਦੀ ਹੈ, ਬੰਦੇ ਵਿੱਚ ਸ਼ਕਤੀ ਆਉਂਦੀ ਹੈ, ਉਹ ਕਹਿੰਦਾ ਮੈਂ ਲਾਹੌਰ ਤੇ ਦਿੱਲੀ ਦਾ ਸਿਰ ਪੜ੍ਹਾ ਦੂੰਗਾ, ਇੰਨੀ ਪਾਵਰ ਆ। ਇਹ 2 ਵਾਰੀ ਸਿੱਖਾਂ ਨੇ ਕਿਹਾ। ਇੱਕ ਵਾਰੀ ਇੱਕ ਸਿੱਖ ਨੇ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ, ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਰੰਗੇ ਦਾ ਖਾਤਮਾ ਕਰ ਦਿੰਦਾ। ਤੇ ਇੱਕ ਵਾਰੀ ਜੇਠੇ ਲੰਗਾਹੇ ਹੋਰਾਂ ਨੇ
ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਕਿਹਾ ਜਦੋਂ ਚੰਦੂ ਤਸੀਹੇ ਦੇ ਰਿਹਾ ਸੀਗਾ। ਉਹਨਾਂ ਸਿੱਖਾਂ ਨੇ ਕਿਹਾ ਮਹਾਰਾਜ ਤੁਸੀਂ ਐਵੇਂ ਤਸੀਹੇ ਝੱਲੀ ਜਾਂਦੇ ਹੋ, ਇਹ ਚੰਦੂ ਕਿਹੜੇ ਬਾਗ ਦੀ ਮੂਲੀ ਹੈ, ਕਹੋ ਤਾਂ ਮੈਂ ਲਾਹੌਰ ਤੇ ਦਿੱਲੀ ਨੂੰ ਫਨਾਹ ਕਰਦੇ ਹਾਂ। ਬਾਦਸ਼ਾਹ ਕਹਿੰਦੇ ਓਏ ਇੰਨੀ ਪਾਵਰ ਤੂੰ ਕਿੱਥੋਂ ਲੈ ਲਈ? ਕਹਿੰਦਾ ਜੀ ਤੁਹਾਡੀ ਸੇਵਾ ਕਰਕੇ ਲਈ ਆ। ਗੁਰੂ ਅਰਜਨ ਦੇਵ ਜੀ ਕਹਿੰਦੇ ਫਿਰ ਮੇਰੇ ਕੋਲ ਕਿਹੜਾ ਮੁੱਕੀ ਆ, ਪਰ ਆਪਾਂ ਇੱਥੇ ਸ਼ਕਤੀ ਨਹੀਂ ਵਿਖਾਉਣੀ, ਹੁਣ ਇੱਥੇ ਇੱਦਾਂ ਹੀ ਚੱਲਣਾ ਹੈ, ਇਹ ਸ਼ਕਤੀ ਵਾਲਾ ਕੰਮ ਛੇਵੇਂ ਜਾਮੇ 'ਚ ਹੋਊਗਾ। ਫਿਰ ਕਹੋ ਸਤਨਾਮ ਸ੍ਰੀ। ਗੁਰੂ ਅਰਜਨ ਦੇਵ ਜੀ ਚਾਹੁੰਦੇ ਤੇ ਚੰਦੂ ਕਿਹੜੇ ਬਾਗ ਦੀ ਮੂਲੀ ਸੀ, ਪਰ ਮੌਕੇ ਦੀਆਂ ਸਰਕਾਰਾਂ ਨੂੰ ਝੂਠੀਆਂ ਪਾਉਣਾ ਸੀਗਾ ਸ਼ਹੀਦੀ ਦੇ ਕੇ। ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਦਿੱਤੀ, ਮੌਕੇ ਦੀਆਂ ਸਰਕਾਰਾਂ ਝੂਠੀਆਂ ਪਈਆਂ ਤੇ ਫਿਰ ਅਕਾਲ ਤਖਤ ਦੀ ਰਚਨਾ ਹੋਈ। ਛੇਵੇਂ ਪਾਤਸ਼ਾਹ ਗੱਦੀ ਤੇ ਬੈਠੇ, ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜਮਾ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ। ਝੂਠੇ ਪਾ ਕੇ ਉਹਨਾਂ ਨੂੰ ਝੂਠੇ ਕਰਕੇ ਫਿਰ ਤਖਤ ਦੀ ਰਚਨਾ ਕੀਤੀ, ਅਕਾਲ ਤਖਤ ਸਾਹਿਬ ਦੀ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇੰਨੀ ਪਾਵਰ ਹੋ ਸਕਦੀ ਆ। ਮਰਦਾਨੇ ਨੇ ਉਹ ਬੂੰਦਾਂ ਪੀ ਲੀਆਂ, ਜਦ ਪੀ ਲੀਆਂ ਸਮਾਧੀ ਲੱਗ ਗਈ। ਬਾਬਾ ਜੀ ਬੈਠੇ ਰਹੇ 3 ਦਿਨ, ਇਹਦਾ ਧਿਆਨ ਹੀ ਨਾ ਖੁੱਲਿਆ ਤੇ ਨਾ ਹੀ ਪਾਤਸ਼ਾਹ ਨੇ ਖੋਲਿਆ ਵੀ ਤੂੰ ਆਨੰਦ ਲੈ ਹੀ ਲੈ, ਅੱਜ ਖੁੱਲੀ ਛੁੱਟੀ। 3 ਦਿਨਾਂ ਬਾਅਦ ਇਹਨੂੰ ਸਮਾਧੀ ਚੋਂ ਕੱਢਿਆ, ਕਹਿੰਦੇ ਚੱਲ ਮਰਦਾਨਿਆਂ ਗਾਂਹ ਵੀ ਚੱਲਣਾ ਹੈ। ਕਹਿੰਦੇ ਮਹਾਰਾਜ ਗਾਹਾਂ ਕੀ ਲੈਣ ਜਾਣਾ, ਇੱਥੇ ਹੀ ਠੀਕ ਆ, ਪੀ ਲਿਆ ਕਰਾਂਗੇ, ਇੱਥੇ ਬੈਠੇ ਰਹਾਂਗੇ। ਕਹੋ ਸਤਨਾਮ। ਓਏ ਮਰਦਾਨਿਆਂ ਦੁਨੀਆ ਦੇਖਣੀ ਆ, ਆਪਾਂ ਦੁਨੀਆ ਦੇਖਣ ਚੱਲੇ ਆ, ਚੱਲ ਤੈਨੂੰ ਹੁਣ ਭੁੱਖ ਹੀ ਨਹੀਂ ਲੱਗਣੀ। ਉਹ ਪਹਾੜੀ ਜਿਹੜੀ ਯਾਤਰਾ ਸੀ ਨਾ, ਉਸ ਦੇ ਦੌਰਾਨ ਮਰਦਾਨੇ ਨੇ ਕਦੇ ਖਾਣ ਨੂੰ ਕੁਛ ਮੰਗਿਆ ਹੀ ਨਹੀਂ ਗਾ। ਨਾਲੇ ਪਹਾੜਾਂ 'ਤੇ ਚੜ੍ਹਦਾ ਬੰਦੇ ਨੂੰ ਜ਼ਿਆਦਾ ਭੁੱਖ ਲੱਗਦੀ ਆ ਉੱਚੇ ਥਾਂ ਚੜ੍ਹਨ ਵਾਸਤੇ ਤਾਂ, ਪਰ ਮਰਦਾਨੇ ਨੇ ਉਸ ਉਦਾਸੀ ਦੌਰਾਨ ਕਦੇ ਨਹੀਂ ਕਿਹਾ ਕਿ ਮੈਨੂੰ ਭੁੱਖ ਲੱਗੀ ਆ। ਕਹਿੰਦਾ ਜੀ ਫਿਰ ਇਹ ਸੋਨਾ ਕਾਹਦੇ ਵਾਸਤੇ ਆ? ਕਹਿੰਦੇ ਇਹ ਆ ਰਿੱਧੀਆਂ ਸਿੱਧੀਆਂ ਜਿਹੜੇ ਭਗਤੀ ਕਰਦੇ ਆ, ਇਹ ਉਹਨਾਂ ਦੇ ਅੰਦਰ ਜਾ ਕੇ ਵਰਤਦੀਆਂ। ਕਹੋ ਸਤਨਾਮ ਸ੍ਰੀ। ਪਰਬਤ ਸੋਇਨਾ ਰੂਪਾ ਹੋਵੇ, ਹੀਰੇ ਲਾਲ ਜੜਾਓ, ਪਹਾੜਾਂ ਨੂੰ ਮੈਂ ਸੋਨੇ ਚਾਂਦੀ ਦੇ ਬਣਾ ਦਿਆਂ। ਜਿਵੇਂ ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਨੂੰ ਕਿਹਾ ਚੱਕ ਲਾ ਪੁੱਤਰ, ਇਹ ਪੱਥਰ ਸੋਨੇ ਦਾ ਹੀ ਆ, ਤੇ ਬੀਬੀ ਭਾਨੀ ਨੇ ਫਿਰ ਡਲਾ ਚੱਕ ਲਿਆ ਤੇ ਲਿਜਾ ਕੇ ਸੁਨਿਆਰ ਨੂੰ ਫੜਾਤਾ। ਕਹਿੰਦੇ ਭਾਈ ਆ ਸੋਨੇ ਦੇ ਗਹਿਣੇ ਬਣਾ ਦੇ। ਕਹੋ ਸਤਨਾਮ ਸੀ। ਬੀਬੀ ਭਾਨੀ ਵਾਸਤੇ ਫਿਰ ਹਾਰ, ਬਾਲੀਆਂ, ਕਾਂਟੇ, ਬੇਅੰਤ ਹੀ ਸਮਾਨ। ਗੁਰੂ ਨਾਨਕ ਦੇ ਘਰ ਵਿੱਚ ਬਹੁਤ ਕੁਛ ਆ, ਇਹ ਤਾਂ ਵਿਖਾਵਾ ਨਹੀਂ ਕਰਦੇਗੇ ਬਸ। ਇੰਨੀਆਂ ਤਾਕਤਾਂ ਲੈ ਕੇ ਵੀ ਬਾਬਾ ਜੀ ਕਹਿੰਦੇ ਵੀ ਤੂੰ ਹੈ ਸਾਲਾਹਣਾ, ਪਰ ਫਿਰ ਵੀ ਮੈਂ ਤੈਨੂੰ ਸਲਾਉਂਦਾ ਹਾਂ। ਹੀਰੇ ਲਾਲ ਜੜਾਓ, ਮੈਂ ਚਾਹਾਂ ਤੇ ਪਹਾੜਾਂ ਨੂੰ ਸੋਨੇ ਦੇ ਬਣਾ ਕੇ ਵਿੱਚ ਹੀਰੇ ਜੜਦੇ ਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠੇ ਆ ਗੋਦਾਵਰੀ ਦੇ ਕਿਨਾਰੇ। ਬਹਾਦਰ ਸ਼ਾਹ ਕੋਲੇ ਬੜਾ ਕੀਮਤੀ ਹੀਰਾ ਹੈ। ਇਹਨੇ ਸੋਚਿਆ ਵੀ ਗੁਰੂ ਸਾਹਿਬ ਮੇਰੇ ਨਾਲ ਹੋ ਗਏ ਗੁੱਸੇ ਤੇ ਮੈਂ ਇਹਨਾਂ ਨੂੰ ਖੁਸ਼ ਕਰਾਂ। ਆ ਹੀਰਾ ਇਹਨਾਂ ਨੂੰ ਭੇਟ ਕਰਦਾ ਲਿਜਾ ਕੇ, ਬੜਾ ਕੀਮਤੀ ਆ, ਮੇਰਾ ਗੁੱਸੇ ਹੋ ਜਾ, ਖੁਸ਼ ਹੋ ਜਾਣਗੇ। ਗੁੱਸੇ ਕਿਉਂ ਹੋ ਗਏ? ਗੁੱਸੇ ਇਸ ਕਰਕੇ ਹੋ ਗਏ ਕਿ ਇਹਨਾਂ ਵਾਅਦਾ ਕੀਤਾ ਸੀਗਾ। ਇਹ ਕਹਿੰਦਾ ਮੈਨੂੰ ਰਾਜ ਦਵਾ ਦਿਓ, ਮੇਰੇ 3 ਭਰਾ ਮੇਰੇ ਦੂਸਰੇ ਐਂਟੀ ਨੇ, ਜੇ ਤੁਸੀਂ ਮੈਨੂੰ ਰਾਜ ਦਵਾ ਦਿਓ। ਪਾਤਸ਼ਾਹ ਕਹਿੰਦੇ ਰਾਜ ਦਵਾ ਦਿਆਂਗੇ, ਜਿਹੜੇ ਸਾਡੇ ਦੋਸ਼ੀ ਆ ਵਜੀਦੇ ਵਰਗੇ ਸੂਬੇਦਾਰ ਜਿਨ੍ਹਾਂ ਨੇ ਸਿੰਘਾਂ ਨੂੰ ਸ਼ਹੀਦ ਕੀਤਾ, ਸਾਹਿਬਜ਼ਾਦਿਆਂ ਨੂੰ, ਮਾਤਾ ਜੀ ਹੋਰਾਂ ਨੂੰ ਸੁੱਖ ਦੁੱਖ ਦਿੱਤੇ, ਇਹ ਬੰਦੇ ਸਾਨੂੰ ਫੜਾ ਦੀ, ਤੈਨੂੰ ਰਾਜ ਦਵਾ ਦਿੰਦੇ ਆ। ਕਹਿੰਦੇ ਠੀਕ ਆ ਜੀ, ਵਾਅਦਾ ਕਰ ਲਿਆ। ਲੇਕਿਨ ਜਦੋਂ ਰਾਜ ਗੱਦੀ ਦੇ ਦਿੱਤੀ, ਇਹਨੂੰ ਬਿਠਾਤਾ ਰਾਜ ਤੇ, ਫਿਰ ਮੁੱਕਰ ਗਿਆ। ਕਹਿੰਦਾ ਜੀ ਜੇ ਮੈਂ ਤੁਹਾਨੂੰ ਹੁਣੇ ਫੜਾਉਣ ਲੱਗ ਪਿਆ ਸਾਡੇ ਸੂਬੇਦਾਰ, ਵਜ਼ੀਰ, ਮੰਤਰੀ, ਤੇ ਮੇਰੇ ਤੇ ਰਾਜ ਵਿੱਚ ਰੌਲਾ ਪੈ ਜਾਊਗਾ। ਕਹੋ ਸਤਨਾਮ, ਤੇ ਮੈਂ ਰਾਜ ਕਿਵੇਂ ਕਰੂੰਗਾ? ਬਾਬਾ ਜੀ ਕਹਿੰਦੇ ਜੇ ਤੂੰ ਇਹ ਗੱਲ ਮੰਨ ਲੈਂਦਾ, ਤੇਰੇ ਪਿਓ ਦੇ ਪਾਪ ਵੀ ਧੋਤੇ ਜਾਂਦੇ ਔਰੰਗੇ ਦੇ, ਜੇ ਤੂੰ ਸਾਨੂੰ ਸਾਡੇ ਦੋਸ਼ੀ ਫੜਾ ਦਿੰਦਾ। ਪਰ ਜੇ ਤੂੰ ਨਹੀਂ ਫੜਾਉਂਦਾ ਤੇ ਸਾਡੇ ਕੋਲੇ ਬੰਦੇ ਹੋਰ ਵੀ ਹੈਗੇ ਆ। ਫਿਰ ਬੰਦਾ ਸਿੰਘ ਬਹਾਦਰ ਨੂੰ ਭੇਜਿਆ।
ਉਹਨਾਂ ਨੇ ਸਾਰਿਆਂ ਨੂੰ ਫਿਰ ਚੱਡੇ ਗਾਟੇ ਕੀਤਾ, ਸਾਰਿਆਂ ਨੂੰ ਤਸੀਹੇ ਦਿੱਤੇ, ਦੁੱਖ ਦਿੱਤੇ, ਸਾਰਿਆਂ ਨੂੰ ਮਾਰਨਾ ਕੀਤਾ। ਵਜੀਦੇ ਨੂੰ ਤਾਂ ਹਾਥੀ ਦੇ ਮਗਰ ਬੰਨ੍ਹ ਕੇ ਘੜੀਸਿਆ। ਕਹੋ ਸਤਨਾਮ ਸ੍ਰੀ, ਜਿਹਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਇਆ। ਸਾਰੀਆਂ ਸਜ਼ਾਵਾਂ ਦਿੱਤੀਆਂ ਤਾਂ ਬਹਾਦਰ ਸ਼ਾਹ ਨੇ ਖੁਸ਼ ਕਰਨ ਵਾਸਤੇ ਗੋਦਾਵਰੀ ਦੇ ਕਿਨਾਰੇ ਬੈਠੇ ਪਾਤਸ਼ਾਹ ਜੀ ਨੂੰ ਉਹ ਕੀਮਤੀ ਹੀਰਾ ਭੇਟ ਕਰਤਾ। ਪਾਤਸ਼ਾਹ ਵੇਖਣ ਲੱਗੇ ਵੀ ਹੁਣ ਸਾਨੂੰ ਖੁਸ਼ ਕਰਨਾ ਚਾਹੁੰਦਾ, ਹੀਰਾ ਦੇ ਕੇ ਸਾਡੇ ਕੋਲ ਬਹੁਤ ਮਾਇਆ। ਐਦਾਂ ਵੇਖਦਿਆਂ ਵੇਖਦਿਆਂ ਹੱਥ ਵਿੱਚ, ਤੇ ਹੱਥ ਜਿਹੜਾ ਨਦੀ ਕਨੀ ਟੇਢਾ ਕਰਤਾ ਤੇ ਹੀਰਾ ਜਾ ਪਿਆ ਨਦੀ 'ਚ। ਕਹੋ ਸਤਨਾਮ ਸੀ, ਡਿੱਗ ਪਿਆ ਨਦੀ 'ਚ, ਡੁੱਬ ਗਿਆ। ਇਹਦਾ ਮੂੰਹ ਪੀਲਾ ਜਿਹਾ ਹੋ ਗਿਆ। ਕਹਿੰਦਾ ਯਾਰ ਸਾਧਾਂ ਨੂੰ ਵੀ ਇਹਨਾਂ ਹੀਰਿਆਂ ਦੀ ਕੀ ਪਛਾਣ ਆ। ਬਾਬਾ ਜੀ ਕਹਿੰਦੇ ਕਿਵੇਂ ਢਿੱਲਾ ਜਿਹਾ ਹੋ ਗਿਆ? ਮਹਾਰਾਜ ਐਡਾ ਕੀਮਤੀ ਹੀਰਾ ਤੁਸੀਂ ਨਦੀ ਸਿੱਟਤਾ। ਅੱਛਾ ਭਾਈ ਬਹੁਤ ਕੀਮਤੀ ਸੀ। ਤੇ ਹੋਰ ਮਹਾਰਾਜ? ਚੱਲ ਕੱਢ ਲਾ, ਇੱਥੇ ਨੇੜੇ ਪਿਆ ਹੋਣਾ। ਕਹਿੰਦੇ ਜਿਸ ਵੇਲੇ ਪੱਤਣ ਤੇ ਹੱਥ ਮਾਰਿਆ ਨਾ, ਐਂ ਲੱਪ ਮਾਰਿਆ ਇਸ ਤਰ੍ਹਾਂ ਕਰਕੇ, ਤੇ ਲੱਪ ਦੇ ਵਿੱਚ 5-7 ਹੀਰੇ ਆ ਗਏ, ਉਹੋ ਜਿਹੇ ਵੱਡੇ ਵੱਡੇ। ਹੈਰਾਨ ਹੋ ਗਿਆ ਵੀ ਸਿੱਟਿਆ ਤਾਂ ਇੱਕ ਸੀਗਾ ਤੇ ਆ ਗਏ 5-7, ਮੁੱਖ ਭਰ ਗਿਆ। ਬਾਬਾ ਜੀ ਨੂੰ ਕਹਿੰਦੇ ਜੀ ਇੰਨੇ? ਕਹਿੰਦੇ ਸਾਡਾ ਖਜ਼ਾਨਾ ਹੈ, ਸਿਰ ਦੇ ਵਿੱਚ ਹੀ, ਬਾਕੀ ਦੇ ਤੂੰ ਆਪਦਾ ਇੱਕ ਰੱਖ ਲੈ ਜਿਹੜਾ ਤੇਰਾ। ਕਹੋ ਸਤਨਾਮ। ਫਿਰ ਪੈਰੀ ਪੈ ਗਿਆ ਸੀਗਾ। ਪਰ ਬਹਾਦਰ ਸ਼ਾਹ ਰਾਜ ਨਹੀਂ ਕਰ ਸਕਿਆ। ਰਾਜ ਤੇ ਬਹਿ ਤਾਂ ਗਿਆ, ਮੁਕਰਨ ਕਰਕੇ ਬੰਦਾ ਸਿੰਘ ਬਹਾਦਰ ਨੂੰ ਜਦੋਂ ਭੇਜਿਆ ਤੇ ਮੂਹਰੇ ਮੂਹਰੇ ਬੰਦਾ ਸਿੰਘ ਬਹਾਦਰ ਇਹਦੇ ਰਾਜ ਨੂੰ ਫਨਾਹ ਕਰਦਾ ਜਾਂਦਾ, ਆਪਣੀਆਂ ਚੌਕੀਆਂ ਸਾਜਦਾ ਜਾਂਦਾ, ਤੇ ਮਗਰ ਮਗਰ ਬਹਾਦਰ ਸ਼ਾਹ ਇਹਨੂੰ ਫੜਨ ਵਾਸਤੇ ਲੱਗਿਆ ਹੋਇਆ। ਤੇ ਗੁਰੂ ਪਿਆਰੂ ਇਹਦੇ ਜਿੰਨਾ ਚਿਰ ਬੰਦਾ ਸਿੰਘ ਬਹਾਦਰ ਰਿਹਾ ਇਹ ਰਾਜ ਤੇ ਨਹੀਂ ਬਹਿ ਸਕਿਆ। ਮੁੜ ਕੇ ਸਮਾਂ ਨੇੜੇ ਆ ਗਿਆ, ਉਹਦੀ ਮੌਤ ਹੋ ਗਈ। ਕਹੋ ਸਤਨਾਮ ਸ੍ਰੀ। ਹਾਂ, ਪਰਬਤ ਸੋਨਾ ਰੂਪਾ ਹੋਵੇ ਹੀਰੇ ਲਾਲ ਜੜਾਓ, ਪਰ ਸਿੱਧੋ ਮੈਂ ਫਿਰ ਵੀ ਕਹਿਣਾ ਕਿ ਭਗਤੀ ਨਹੀਂ ਛੱਡਣੀ ਚਾਹੀਦੀ, ਭਾਵੇਂ ਬੰਦਾ ਕਿੰਨਾ ਵੀ ਅਮੀਰ ਹੋ ਜੇ। ਵੀ ਤੂੰ ਹੈ ਸਲਾਹਣਾ ਆਖਣ ਲਹੈ ਨਚਾਓ, ਪਰ ਫਿਰ ਵੀ ਉਸ ਪਰਮੇਸ਼ਰ ਦੀ ਸਿਫਤ ਸਲਾਹ ਦਾ ਚਾਅ ਘਟਣਾ ਨਹੀਂ ਚਾਹੀਦਾ। ਚਾਅ ਚੜ੍ਹਿਆ ਰਵੇ। ਗਰੀਬੀ ਆਵੇ, ਅਮੀਰੀ ਆਵੇ, ਦੁੱਖ ਆਵੇ, ਸੁੱਖ ਆਵੇ। ਦੁੱਖ ਦੀ ਗੱਲ ਸੁਣ ਲਓ, ਕਿਤਨੀਆਂ ਸਾਖੀਆਂ ਪਰਮੇਸ਼ਰ ਬਖਸ਼ ਰਹੇ ਨੇ ਆਪਾਂ ਨੂੰ। ਧੰਨ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸੇ ਸੁੱਖਾਂ ਦੇ ਘਰ ਨੂੰ ਛੱਡ ਕੇ ਨਿਕਲੇ ਬਾਹਰ, ਤੇ ਦੁਸ਼ਟਾਂ ਨੇ ਮਗਰ ਹਮਲਾ ਕਰਤਾ। ਸਰਸਾ ਨਦੀ ਤੱਕ ਪਹੁੰਚਦਿਆਂ ਕਾਫੀ ਜੰਗ ਹੋਇਆ ਨਿਰਮੋਹੀ ਦੇ ਮੈਦਾਨ 'ਚ। ਬੇਅੰਤ ਮੁਗਲ ਵੱਡੇ ਕੱਟੇ ਪਏ ਆ, ਪਹਾੜੀਏ ਵੱਡੇ ਕੱਟੇ ਗਏ, ਸਿੰਘ ਵੀ ਸ਼ਹੀਦੀਆਂ ਪਾ ਗਏ, ਤੇ ਸਰਸਾ ਨਦੀ ਦੇ ਕਿਨਾਰੇ ਜਾ ਬੈਠੇ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਦਇਆ ਸਿਆਂ, ਹਾਂ ਮਹਾਰਾਜ ਭੁੱਖ ਲੱਗੀ ਸੀ। ਵਾਹ ਮਹਾਰਾਜ, ਭੁੱਖ ਨੂੰ ਇੱਥੇ ਆਪਣੇ ਕੋਲ ਖਾਣ ਨੂੰ ਕੀ ਆ? ਹੁਣ ਕਿਤਨੇ ਮਹੀਨਿਆਂ ਤੋਂ ਲੰਗਰ ਵੀ ਮਸਤ ਹੋ ਗਿਆ। ਆਨੰਦਪੁਰ ਦੇ ਕਿਲੇ 'ਚ ਖਾਣ ਨੂੰ ਕੁਛ ਨਹੀਂ ਮਿਲਿਆ। ਲੱਪ ਛੋਲਿਆਂ ਦੀ ਖਾ ਕੇ ਸਿੰਘ ਲੜਦੇ ਰਹੇ ਆ। ਕੁਛ ਵੀ ਨਹੀਂ ਖਾਣ ਨੂੰ ਆਪਣੇ ਕੋਲ। ਨਹੀਂ ਦਇਆ ਸਿੰਘ ਇਸ ਵੇਲੇ ਕੁਝ ਖਾਇਆ ਕਰਦੇ ਆ ਰੋਜ਼ ਹੀ ਆਪਾਂ। ਇਸ ਵੇਲੇ ਕੀ ਖਾਂਦੇ ਆ? ਕਹਿੰਦੇ ਟਾਈਮ ਕੀ ਹੋ ਗਿਆ? ਟਾਈਮ ਤਾਂ ਜੀ ਅੰਮ੍ਰਿਤ ਵੇਲਾ, ਸਵੇਰ ਦਾ ਸਮਾਂ। ਇਸ ਵੇਲੇ ਕੀ ਕਰਦੇ ਆ? ਮਹਾਰਾਜ ਆਸਾ ਦੀ ਵਾਰ ਦਾ ਕੀਰਤਨ। ਕਹਿੰਦੇ ਫਿਰ ਉਹੀ ਤਾਂ ਖਾਣਾ ਹੈ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਉਹੀ ਤਾਂ ਖਾਣਾ ਹੈ। ਚੱਲ ਆਪਾਂ ਕੀਰਤਨ ਕਰੀਏ ਬਹਿ ਕੇ। ਸਰਿੰਦਾ ਵੀ ਸਤਿਗੁਰਾਂ ਦਾ ਸਾਜ਼ ਹੈ, ਜਿਹੜਾ ਬਹੁਤ ਹਲਕਾ ਜਿਹਾ ਹੁੰਦਾ, ਮੋਢੇ ਤੇ ਨਾਲ ਹੀ ਬੰਦਾ ਲਿਜਾ ਸਕਦਾ ਆਸੇ ਪਾਸੇ। ਦਇਆ ਸਿੰਘ ਕਹਿੰਦਾ ਵਾਹ ਮਹਾਰਾਜ, ਪਿੱਛੋਂ ਮੁਗਲ ਚੜ੍ਹੇ ਆਉਂਦੇ ਆ, ਪਹਾੜੀਏ ਚੜ੍ਹੇ ਆਉਂਦੇ ਆ, ਤੇ ਆਪਾਂ ਨੂੰ ਕੀਰਤਨ ਕਿਹਨੇ ਕਰਨ ਦੇਣਾ? ਅੱਜ ਕੀਰਤਨ ਨਾ ਕਰੀਏ। ਪਾਤਸ਼ਾਹ ਕਹਿੰਦੇ ਦਇਆ ਸਿੰਘਾ ਕੁਛ ਵੀ ਹੋਵੇ, ਕਿੰਨੀ ਕੁ ਫੌਜ ਹੈ? ਜੀ 500 ਸਿੰਘ ਆਪਣੇ ਕੋਲ। ਕਹਿੰਦੇ ਏਦਾਂ ਕਰੋ 250 ਦੀਵਾਨ 'ਚ ਬਹਿ ਜਾਓ ਤੇ 250 ਜੰਗ ਕਰੋ। 250 ਜ਼ਾਲਮ ਨੂੰ ਰੋਕੋ ਤੇ 250 ਦੀਵਾਨ 'ਚ ਬੈਠੋ। ਤੇ ਉੱਦਾਂ ਹੀ ਹੋਇਆ। ਪਿੱਛੇ ਜੰਗ ਹੋ ਰਹੀ ਹੈ। ਮੁੱਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ, ਦੇਹ ਅਨਿਤ ਨਾ ਨਿਤ ਰਹਿ, ਜਸ ਨਾਮ ਚੜ੍ਹੇ ਭਵ ਸਾਗਰ ਤਾਰੈ।
ਸਰੰਦਾ ਪਾਤਸ਼ਾਹ ਨੇ ਲਾਇਆ ਮੋਢੇ ਨਾਲ ਵਜਾਉਣਾ ਸ਼ੁਰੂ ਕੀਤਾ ਤੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰਤਾ ਸਰਸਾ ਨਦੀ ਦੇ ਕਿਨਾਰੇ ਤੇ। ਭੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਓ, ਭਾਵੇਂ ਅਮੀਰੀ ਆਵੇ ਗਰੀਬੀ ਆਵੇ ਦੁੱਖ ਆਵੇ ਸੁੱਖ ਆਵੇ, ਮੈਂ ਤੇਰੀ ਸਿਫਤ ਸਲਾਹ ਕਰਨੀ ਨਹੀਂ ਛੱਡ ਸਕਦਾ। ਇਹ ਚਾਅ ਨਾ ਘਟੇ ਮੇਰੇ ਅੰਦਰ, ਇਹ ਬੇਨਤੀ ਆ। ਕੀਰਤਨ ਸ਼ੁਰੂ ਹੋ ਗਿਆ। ਉਧਰ ਤਲਵਾਰਾਂ ਖੜਕਦੀਆਂ ਰਹੀਆਂ, ਢਾਲਾਂ ਖੜਕਦੀਆਂ ਰਹੀਆਂ, ਇੱਧਰ ਸਰੰਦੇ ਦੀਆਂ ਤਾਰਾਂ ਵੱਜਦੀਆਂ ਰਹੀਆਂ। ਆਸਾ ਦੀ ਵਾਰ ਦਾ ਕੀਰਤਨ ਪੂਰਾ ਹੋਇਆ ਤੇ ਪਾਤਸ਼ਾਹ ਨੇ ਆਖਰੀ ਪੰਗਤੀ ਪੜ੍ਹੀ ਪੌੜੀ ਦੀ, ਸੋ ਕਰੈ ਜਿਤਿ ਸਹਿ ਰਜਾਏ, ਸੋ ਕਰੈ ਜਿਤਿ ਸਹਿ ਰਜਾਏ, ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸਮਾਪਤੀ ਹੋਈ। ਦਇਆ ਸਿੰਘ ਆ ਗਿਆ। ਦਇਆ ਸਿੰਘ ਕਹਿਣ ਲੱਗਿਆ, ਮਹਾਰਾਜ ਜੇ ਅੱਜ ਕੀਰਤਨ ਨਾ ਕਰਦੇ, ਅੱਜ ਦਾ ਕੀਰਤਨ ਬੜਾ ਮਹਿੰਗਾ ਪਿਆ ਆਪਾਂ ਨੂੰ। ਕਹਿੰਦੇ ਕਿਉਂ? ਕਹਿੰਦੇ 250 ਸਿੰਘ ਸਾਰਾ ਸ਼ਹੀਦ ਹੋ ਗਿਆ ਪਿੱਛੇ। ਅੱਛਾ, ਉਹ ਦਇਆ ਸਿਆ ਕੀਰਤਨ ਨਹੀਂ ਛੱਡਿਆ ਜਾਂਦਾ। ਭੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਓ, ਭਾਵੇਂ ਇਹ ਜੰਗ ਦੇ ਵਿੱਚ ਮੈਂ ਵੀ ਸ਼ਹੀਦ ਹੋ ਜਾਂਦਾ, ਤੂੰ ਵੀ ਸ਼ਹੀਦ ਹੋ ਜਾਂਦਾ, ਇਹ 250 ਰਹਿੰਦੇ ਵੀ ਸ਼ਹੀਦ ਹੋ ਜਾਂਦੇ। ਸਿੱਖ ਦਾ ਨੇਮ ਨਹੀਂ ਖੁੰਝਣਾ ਚਾਹੀਦਾ। ਕਹੋ ਸਤਨਾਮ ਸ੍ਰੀ। ਭਾਵੇਂ ਘਰੇ ਵਿਆਹ ਰੱਖਿਆ ਤੇ ਭਾਵੇਂ ਘਰੇ ਮਰਗ ਹੋਈ ਆ, ਭਾਵੇਂ ਦੁੱਖ ਹੈ ਤੇ ਭਾਵੇਂ ਸੁੱਖ ਹੈ, ਮੇਰਾ ਸਿੰਘ ਜਿਹੜਾ ਹੈ ਉਹ ਆਪਣਾ ਨਿਤਨੇਮ ਨਾ ਛੱਡੇ। ਐਸਾ ਉਪਦੇਸ਼ ਸਤਿਗੁਰਾਂ ਨੇ ਆਪਣੇ ਜੀਵਨ ਦੇ ਵਿੱਚ ਪ੍ਰੈਕਟੀਕਲ ਕਰਕੇ ਦਿੱਤੇ ਨੇ। ਸੋ ਇਸ ਸ਼ਲੋਕ ਦੀ ਵਿਚਾਰ ਪੂਰੀ ਹੋਈ। ਭੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਓ। ਅੱਗੇ ਫੇਰ ਮਹੱਲਾ ਪਹਿਲਾ। ਇਹ 3 ਸ਼ਬਦ ਹਨ ਇਸ ਵਿਸ਼ੇ ਤੇ। ਭਾਰ 18 ਮੇਵਾ ਹੋਵੇ ਗਰੜਾ ਹੋਏ ਸੁਆਉ, ਚੰਦ ਸੂਰਜ ਦੋ ਫਿਰਦਾ ਰੱਖੀਐ ਨੇਚਲ ਹੋਵੇ ਥਾਓ। ਭੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਓ। ਇਹਨਾਂ ਸ਼ਬਦਾਂ ਦੀ ਵਿਚਾਰ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੁਣ ਇੱਥੇ ਰੋਕਦੇ ਹਾਂ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।